ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਨਾਲ ਜੁੜੇ ਦੋ ਸ਼ੂਟਰਾਂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ। 15 ਕੁ ਦਿਨ ਪਹਿਲਾਂ ਜਦੋਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਜੀ, ਉਸ ਵੇਲੇ ਵੀ ਇਹ ਗੱਲ ਚਰਚਾ 'ਚ ਆ ਗਈ ਸੀ ਕਿ ਇਹ ਦੀਪਕ ਮੁੰਡੀ ਵੀ ਫੜਿਆ ਗਿਆ। ਦੀਪਕ ਮੁੰਡੀ, ਰਜਿੰਦਰ ਤੇ ਕਪਲ ਪੰਡਤ, ਜੀ ਇਹਨਾਂ ਨੂੰ ਕਹਿੰਦੇ ਨੇਪਾਲ ਦੇ ਬਾਰਡਰ ਤੋਂ ਜਾਂ ਨੇਪਾਲ ਦੇ ਨੇੜੇ ਤੇੜਿਓਂ ਪੁਲਿਸ ਨੇ ਫੜ ਲਿਆ। ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਮਾਸਟਰਮਾਈਂਡ ਸੀ ਇਸ ਕਤਲ ਮਾਮਲੇ ਦੇ ਉਹਨਾਂ ਨੂੰ ਫੜਿਆ ਜਾਵੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ। ਦੇਖੋ, ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਸਿੱਧੂ ਜੀ, ਉਹ ਇਸ ਮਾਮਲੇ ਦੇ ਵਿੱਚ ਕੋਈ ਸੰਤੁਸ਼ਟ ਨਹੀਂ। ਕਤਲ ਕਰਾਉਣ ਦੇ ਪਿੱਛੇ ਕੋਈ ਹੋਰ ਧਿਰ ਹੈ। ਪੰਜਾਬ ਦੇ ਮੁੱਖ ਮੰਤਰੀ ਬੀਤੇ ਦਿਨੀ ਜਰਮਨੀ ਦੌਰੇ ਤੇ ਜਾ ਰਹੇ ਨੇ ਤੇ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਇਹ ਜਿਹੜਾ ਜਰਮਨੀ ਦੌਰਾ ਇਹ ਪੰਜਾਬ ਦੇ ਵਿਕਾਸ ਪੱਖੀ ਦੌਰਾ ਹੋਏਗਾ। ਮੁੱਖ ਮੰਤਰੀ ਵੀ ਬਹੁਤ ਸਾਰੇ ਨੇ ਜਿਹੜੇ ਜਾਂਦੇ ਰਹੇ ਨੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ। ਚੰਨੀ ਸਾਹਿਬ ਨੂੰ ਤਾਂ ਸਮਾਂ ਹੀ ਘੱਟ ਮਿਲਿਆ ਸੀ। ਬੀਬੀ ਰਜਿੰਦਰ ਕੌਰ ਭੱਠਲ, ਹਰਚਰਨ ਸਿੰਘ ਬਰਾੜ, ਸਾਰੇ ਜਾਂਦੇ ਰਹੇ ਆ। ਦਾਅਵੇ ਬਹੁਤ ਵੱਡੇ ਵੱਡੇ ਕੀਤੇ ਆ, ਇੰਨਾ ਨਿਵੇਸ਼ ਹੋ ਗਿਆ, ਆ ਗਿਆ, ਫਲਾਨਾ ਆ ਗਿਆ, ਇੰਨਾ ਆ ਗਿਆ। ਤੇ ਡਿਪਟੀ ਮੁੱਖ ਮੰਤਰੀ ਸਾਬਕਾ ਸੁਖਬੀਰ ਸਿੰਘ ਬਾਦਲ ਨੇ ਵੀ ਬਹੁਤ ਸਾਰੇ ਸੰਮੇਲਨ ਮੋਹਾਲੀ ਦੇ ਵਿੱਚ ਕਰਾਏ ਕਿ ਕਾਇਆ ਹੀ ਕਲਪ ਹੋ ਜੂਗੀ, ਇੱਥੇ ਸਾਰਾ ਕੁਝ ਬਦਲ ਜਾਏਗਾ। ਉਸੇ ਕੜੀ ਦੇ ਵਿੱਚ ਭਗਵੰਤ ਸਿੰਘ ਮਾਨ ਸਾਹਿਬ ਵੀ ਚੱਲੇ ਆ। ਬਾਹਰਲੀ ਟੈਕਨੋਲੋਜੀ ਜਿੰਨੀ ਮਰਜ਼ੀ ਲਿਆਓ, ਪਰ ਕੀ ਸਾਡੇ ਇੱਥੇ ਜਿਹੜੇ ਸਾਡੇ ਇੰਜੀਨੀਅਰ ਚੀਜ਼ਾਂ ਤਿਆਰ ਕਰੀ ਬੈਠੇ ਐ, ਉਹ ਸਹੀ ਹੋ ਗਏ ਹੁਣ ਤੱਕ? ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਮੈਂ ਇਹੋ ਜਿਹੀਆਂ ਸੜਕਾਂ ਬਣਾਤੀਆਂ ਨੇ ਜੀ ਤੇ ਬੰਬ ਮਾਰ ਦਿਓ, ਉਹ ਟੁੱਟਦੀਆਂ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਮਨਦੀਪ ਸਿੰਘ ਬੱਲੋਪੁਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਵਾਰ ਦੀ ਤਰ੍ਹਾਂ ਦਿਨ ਭਰ ਦੀਆਂ ਪ੍ਰਮੁੱਖ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਸਾਹਿਬ, ਬਹੁਤ ਸਵਾਗਤ ਜੀ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਅੱਜ ਦੀ ਪਹਿਲੀ ਖਬਰ ਲਵਾਂਗੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਨਾਲ ਜੁੜੇ ਦੋ ਸ਼ੂਟਰਾਂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ। ਬਾਕੀ ਸ਼ੂਟਰ ਸਾਰੇ ਫੜੇ ਗਏ ਸੀ। ਜੀ, ਇੱਕ ਦੀਪਕ ਮੁੰਡੀ, ਪਹਿਲਾਂ ਵੀ ਚਰਚਾ ਲੱਗੀ ਚਾਹ ਅੱਜ ਤੋਂ ਜੇ 15 ਕੁ ਦਿਨ ਪਹਿਲਾਂ ਜਦੋਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ, ਜੀ ਉਸ ਵੇਲੇ ਵੀ ਇਹ ਗੱਲ ਚਰਚਾ 'ਚ ਆ ਗਈ ਸੀ ਕਿ ਇਹ ਦੀਪਕ ਮੁੰਡੀ ਵੀ ਫੜਿਆ ਗਿਆ। ਬਾਅਦ ਦੇ ਵਿੱਚ ਖਬਰ ਆਈ ਕਿ ਨਹੀਂ, ਭੁਲੇਖਾ ਹੀ ਸੀ। ਜੀ, 29 ਮਈ ਨੂੰ ਇਹ ਕਤਲ ਹੁੰਦਾ ਹੈ ਔਰ ਇਹ ਸਾਰੇ ਜਿਹੜੇ ਵੱਖ-ਵੱਖ ਸ਼ੂਟਰ ਨੇ ਇਹਨਾਂ ਨੇ ਗ੍ਰਿਫਤਾਰ ਕਰ ਲਏ। ਹੁਣ ਦੀਪਕ ਮੁੰਡੀ, ਰਜਿੰਦਰ ਤੇ ਕਪਲ ਪੰਡਤ, ਜੀ ਇਹਨਾਂ ਨੂੰ ਕਹਿੰਦੇ ਨੇਪਾਲ ਦੇ ਬਾਰਡਰ ਤੋਂ ਜਾਂ ਨੇਪਾਲ ਦੇ ਨੇੜੇ ਤੇੜਿਓਂ ਪੁਲਿਸ ਨੇ ਫੜ ਲਿਆ। ਜਿਹੜੇ 5-6 ਰਾਜ ਨੇ, ਇਹਨਾਂ ਨੇ ਇੱਕ ਸਾਂਝੇ ਤੌਰ ਤੇ ਪੁਲਿਸ ਦਾ ਤਾਲਮੇਲ ਬਿਠਾਇਆ, ਜੀ ਆਪਸ ਵਿੱਚ ਦੀ ਗੱਲਬਾਤ ਕਰਨ ਲੱਗੇ। ਉਹਦੇ ਵਿੱਚ ਵੱਖ-ਵੱਖ ਰਾਜ ਸ਼ਾਮਲ ਨੇ। ਉਹਨਾਂ ਦੇ ਪੁਲਿਸ ਅਧਿਕਾਰੀਆਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਕਮੇਟੀ ਬਣਾਈ ਹੈ, ਸਾਂਝੇ ਤੌਰ ਤੇ ਟੀਮ ਬਣਾਈ ਹੈ। ਉਹਦੇ ਨਤੀਜੇ ਬਹੁਤ ਚੰਗੇ ਨਿਕਲਣ ਲੱਗੇ ਨੇ। ਉਹਦੇ ਵਿੱਚੋਂ ਇੱਕ ਨਤੀਜਾ ਇਹ ਹੈ ਜੀ ਕਿ ਦੀਪਕ ਮੁੰਡੀ ਨੂੰ ਤੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜਿਹੜਾ ਇਹ ਆਖਰੀ ਸ਼ੂਟਰ ਸੀ, ਉਹਦੀ ਗ੍ਰਿਫਤਾਰੀ ਦੇ ਨਾਲ ਇਹਦੇ ਵਿੱਚ ਕਹਿੰਦੇ ਦਿੱਲੀ ਦਾ ਵਿਸ਼ੇਸ਼ ਸੈੱਲ ਵੀ ਸ਼ਾਮਲ ਸੀ,
ਜੀ ਹੋਰ ਵੀ ਸ਼ਾਮਲ ਸੀ ਤੇ ਮਾਨਸਾ ਦੀ ਪੁਲਿਸ ਇਹਨਾਂ ਨੂੰ ਪਹਿਲਾਂ ਜੇ ਦਿੱਲੀ ਦੀ ਵਿਸ਼ੇਸ਼ ਸੈੱਲ ਨੇ ਫੜਿਆ, ਪਹਿਲਾਂ ਇਹਨਾਂ ਦੀ ਪੁੱਛਗਿੱਛ, ਇਹਨਾਂ ਦੀ ਇੰਟਰੋਗੇਸ਼ਨ ਉਹ ਕਰਨਗੇ, ਉਸ ਤੋਂ ਬਾਅਦ ਉਹ ਪੰਜਾਬ ਦੇ ਹਵਾਲੇ ਕਰ ਸਕਦੇ ਆ। ਫਿਰ ਮਾਨਸਾ ਦੀ ਪੁਲਿਸ ਉਹਨਾਂ ਨੂੰ ਇੱਥੇ ਲਿਆ ਕੇ ਇਹਨਾਂ ਦੀ ਜ਼ੋਰਦਾਰ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਕਾਫੀ ਕੁਛ ਉਹਨਾਂ ਕੋਲ ਪਹਿਲਾਂ ਹੀ ਹੈ ਤੇ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਜੋ ਸੂਚਨਾ ਇਹਨਾਂ ਤੋਂ ਪ੍ਰਾਪਤ ਹੋਵੇਗੀ ਉਹਦੇ ਆਧਾਰ ਦੇ ਉੱਤੇ ਅੱਗੇ ਪੁਲਿਸ ਫਿਰ ਜੀ ਅਗਲੀ ਕਾਰਵਾਈ ਕਰੇਗੀ। ਜੀ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਮਾਸਟਰ ਮਾਈਂਡ ਸੀ ਇਸ ਕਤਲ ਮਾਮਲੇ ਦੇ, ਉਹਨਾਂ ਨੂੰ ਫੜਿਆ ਜਾਵੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ। ਦੇਖੋ, ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਸਿੱਧੂ ਜੀ, ਉਹ ਇਸ ਮਾਮਲੇ ਦੇ ਵਿੱਚ ਕੋਈ ਸੰਤੁਸ਼ਟ ਨਹੀਂ। ਬਿਲਕੁਲ ਜੀ। ਉਹ ਇਸ ਕਰਕੇ ਸੰਤੁਸ਼ਟ ਨਹੀਂ ਹੈ ਕਿ ਐਡਾ ਵੱਡਾ ਕਤਲ ਹੋ ਜਾਵੇ। ਇਹ ਜਿਹੜੇ ਗੈਂਗਸਟਰ ਫਲਾਨਾ ਢਿਮਕਾ ਫੜਿਆ ਜਾ ਰਿਹਾ ਹੈ, ਇਹ ਤਾਂ ਬਾਅਦ ਦੀ ਗੱਲ ਹੈ। ਕਤਲ ਕਰਾਉਣ ਦੇ ਪਿੱਛੇ ਕੋਈ ਹੋਰ ਧਿਰ ਹੈ। ਤੁਹਾਨੂੰ ਯਾਦ ਹੋਵੇਗਾ ਫਿਲਮਾਂ ਚੱਲਦੀਆਂ ਹੁੰਦੀਆਂ ਨੇ, ਜਿਹੜੇ ਐਕਟਰ ਹੁੰਦੇ ਆ ਉਹਨਾਂ ਦੇ ਜ਼ੁਬਾਨ ਹਿਲਦੀਆਂ ਹੁੰਦੀਆਂ ਨੇ, ਇੱਕ ਸ਼ਬਦ ਵਰਤਿਆ ਜਾਂਦਾ ਪਲੇਬੈਕ ਸਿੰਗਰ। ਪਲੇਬੈਕ, ਬਿਲਕੁਲ ਜੀ। ਉਹ ਪਲੇਬੈਕ ਸਿੰਗਰ ਕੋਈ ਹੋਰ ਹੁੰਦੇ ਨੇ। ਇੱਥੇ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਇਹ ਪਲੇਬੈਕਸ, ਪਰਦੇ ਦੇ ਪਿੱਛੇ ਕੌਣ ਸੀ ਜਿਹਨੇ ਇਹ ਸਾਰੀ ਸਾਜ਼ਿਸ਼ ਰਚੀ ਹੈ, ਉਹ ਕੋਈ ਸਿਆਸੀ ਧਿਰ ਵੀ ਹੋ ਸਕਦੀ ਹੈ। ਮੈਂ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਕਹਿੰਦਾ ਜੀ ਕਿ ਜਿਹੜੀ ਮਾਨਸਾ ਦੀ ਪੁਲਿਸ ਕੰਮ ਕਰ ਰਹੀ ਹੈ, ਇਸ ਪੁਲਿਸ ਨੂੰ ਉਸ ਤੱਕ ਤਹਿਕੀਕਾਤ ਕਰਨੀ ਚਾਹੀਦੀ ਹੈ ਤੇ ਅੱਗੇ ਲਿਆਉਣਾ ਚਾਹੀਦਾ ਹੈ ਕਿ ਉਹ ਪਲੇਬੈਕ ਸਿੰਗਰ ਜਿਹੜੇ ਨੇ ਉਹ ਕਿਹੜੇ ਨੇ। ਇਹ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਪਰਿਵਾਰ ਦਾ ਕਲੇਜਾ ਉਦੋਂ ਠੰਡਾ ਹੋਵੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਕੋਈ ਸਿਆਸੀ ਹੈ, ਕੋਈ ਇਹ ਜਿਹੜੀ ਸੰਗੀਤਕ ਦੁਨੀਆ ਦੇ ਲੋਕ ਨੇ ਜਾਂ ਕੋਈ ਹੋਰ ਲੋਕ। ਸੰਗੀਤਕ ਦੁਨੀਆ ਦੇ ਵਿੱਚ ਅੱਜ ਕੱਲ੍ਹ ਵਪਾਰਕ ਯੁੱਗ ਦੇ ਵਿੱਚ ਬੜਾ ਕੁਝ ਕੀਤਾ ਜਾ ਰਿਹਾ ਹੈ, ਬਿਲਕੁਲ ਜੀ। ਲੇਕਿਨ ਸਿੱਧੂ ਮੂਸੇਵਾਲਾ ਸਾਰਾ ਕੰਮ ਆਪਣਾ ਆਪ ਕਰਦਾ ਸੀ ਜੀ ਤੇ ਫਿਰ ਜਿਨ੍ਹਾਂ ਦੇ ਵਪਾਰ ਪ੍ਰਭਾਵਿਤ ਹੋਏ ਸੀ, ਹੋ ਸਕਦਾ ਇਹਦੇ ਪਿੱਛੇ ਉਹ ਵੀ ਕੰਮ ਕਰਦੇ ਹੋਣ, ਕਿਉਂਕਿ ਉਹ ਪਿਛਲੇ ਦਿਨਾਂ ਦੇ ਵਿੱਚ ਸਿਆਸੀ ਵੀ ਬਣ ਗਿਆ ਸੀ ਔਰ ਮਾਨਸਾ ਤੋਂ ਉਸ ਨੇ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜੀ। ਬਿਲਕੁਲ ਜੀ। ਤੇ ਹੋ ਸਕਦਾ ਕੋਈ ਸਿਆਸੀ ਵਿਰੋਧੀ ਵੀ ਪੈਦਾ ਹੋ ਗਏ ਹੋਣ। ਮਾਮਲਾ ਸਿਰੇ ਤੱਕ ਜਾਣਾ ਚਾਹੀਦਾ ਤੇ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਇਹ ਪਲੇਬੈਕ ਸਿੰਗਰ ਛੁਪੇ ਹੋਏ ਨੇ ਉਹਨਾਂ ਦੇ ਵਿੱਚ ਕੌਣ-ਕੌਣ ਤੇ ਕਿਹਦੀ ਭੂਮਿਕਾ ਕਿਹੜੀ ਹੈ। ਜੀ ਤੇ ਪੰਜਾਬ ਦੇ ਮੁੱਖ ਮੰਤਰੀ ਬੀਤੇ ਦਿਨੀ ਜਰਮਨੀ ਦੌਰੇ ਤੇ ਜਾ ਰਹੇ ਨੇ ਤੇ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਇਹ ਜਿਹੜਾ ਜਰਮਨੀ ਦੌਰਾ ਇਹ ਪੰਜਾਬ ਦੇ ਵਿਕਾਸ ਪੱਖੀ ਦੌਰਾ ਹੋਏਗਾ। ਜਿਹੜਾ ਸੀਐਮ ਭਗਵੰਤ ਸਿੰਘ ਮਾਨ ਹੈ, ਅੱਜ 10 ਤਰੀਕ ਹੈ, ਇਹਨਾਂ ਨੇ ਕੱਲ ਤੋਂ ਜਾਣਾ ਹੈ। ਅੱਜ ਉਹ ਦਿੱਲੀ 'ਚ ਕੁਛ ਆਗੂਆਂ ਨੂੰ ਮਿਲੇ ਨੇ, 18 ਤੱਕ ਉਹਨਾਂ ਨੇ ਉੱਥੇ ਰਹਿਣਾ। ਪਹਿਲੇ ਪ੍ਰਧਾਨ ਮੰਤਰੀ ਤੇ ਪਹਿਲੇ ਮੁੱਖ ਮੰਤਰੀ ਵੀ ਬਹੁਤ ਸਾਰੇ ਨੇ ਜਿਹੜੇ ਜਾਂਦੇ ਰਹੇ ਨੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ, ਚੰਨੀ ਸਾਹਿਬ ਨੂੰ ਤਾਂ ਸਮਾਂ ਹੀ ਘੱਟ ਮਿਲਿਆ ਸੀ, ਬੀਬੀ ਰਜਿੰਦਰ ਕੌਰ ਭੱਠਲ, ਹਰਚਰਨ ਸਿੰਘ ਬਰਾੜ, ਸਾਰੇ ਜਾਂਦੇ ਰਹੇ ਹੈ। ਦਾਅਵੇ ਬਹੁਤ ਵੱਡੇ ਵੱਡੇ ਕੀਤੇ ਆ, ਇੰਨਾ ਨਿਵੇਸ਼ ਹੋ ਗਿਆ, ਆ ਗਿਆ, ਫਲਾਨਾ ਆ ਗਿਆ, ਇੰਨਾ ਆ ਗਿਆ। ਤੇ ਡਿਪਟੀ ਮੁੱਖ ਮੰਤਰੀ ਸਾਬਕਾ ਸੁਖਬੀਰ ਸਿੰਘ ਬਾਦਲ ਨੇ ਵੀ ਬਹੁਤ ਸਾਰੇ ਸੰਮੇਲਨ ਮੋਹਾਲੀ ਦੇ ਵਿੱਚ ਕਰਾਏ ਕਿ ਕਾਇਆ ਹੀ ਕਲਪ ਹੋ ਜਾਊਗੀ, ਇੱਥੇ ਸਾਰਾ ਕੁਝ ਬਦਲ ਜਾਏਗਾ। ਉਸੇ ਕੜੀ ਦੇ ਵਿੱਚ ਭਗਵੰਤ ਸਿੰਘ ਮਾਨ ਸਾਹਿਬ ਵੀ ਚੱਲੇ ਹੈ। ਇਹ ਕਹਿੰਦੇ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਇਸ ਤੋਂ ਇਲਾਵਾ ਫਾਰਮਾਸਿਊਟੀਕਲ ਭਾਵ ਦਵਾਈਆਂ ਵਾਲੀਆਂ ਕੰਪਨੀਆਂ, ਆਧੁਨਿਕ ਖੇਤੀ ਸਮੇਤ ਬਹੁਤ ਸਾਰੇ ਹੋਰਨਾਂ ਖੇਤਾਂ ਦੇ ਮਾਹਰਾਂ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਮਿਲੋ ਜੀ, ਸਦਕੇ ਮਿਲੋ। ਪਰ ਕੀ ਪੰਜਾਬ ਦੇ ਵਿੱਚ ਆਧੁਨਿਕ ਖੇਤੀ ਵਾਲੇ ਉਹਨਾਂ ਕਿਸਾਨਾਂ ਨੂੰ ਤੁਸੀਂ ਮਿਲ ਲਏ ਜਿਹੜੇ ਤੁਹਾਡੇ ਯੂਨੀਵਰਸਿਟੀਆਂ ਤੋਂ ਪਹਿਲਾਂ
ਉਹ ਆਧੁਨਿਕ ਤਕਨੀਕਾਂ ਤਿਆਰ ਕਰ ਲੈਂਦੇ ਨੇ। ਕੀ ਤੁਸੀਂ ਸਾਡੇ ਬਿਜਲੀ ਨਿਗਮ ਦੇ ਵਿੱਚ ਜਿਹੜੇ ਆਧੁਨਿਕ ਤੇ ਨਵਿਆਉਣਯੋਗ ਸਰੋਤਾਂ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਘਾਟ ਹੈ? ਉਹਨਾਂ ਨੂੰ ਵਰਤ ਲਿਆ ਸਾਰਾ ਕੁਝ ਤੁਸੀਂ ਸੱਦਾ ਦਿਓ, ਤੁਹਾਡੇ ਕੋਲ ਇੱਥੇ ਉਹ ਸੱਜਣ ਵੀ ਪਹੁੰਚ ਜਾਣਗੇ ਜਿਨ੍ਹਾਂ ਨੇ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨੀ ਹਕੀਕਤਾਂ ਤੇ ਕੰਮ ਕੀਤਾ ਵਾ। ਉਹ ਸਾਰੇ ਤੁਸੀਂ ਹੁਣ ਤੱਕ ਵਰਤ ਲਏ। ਬਾਹਰਲੀ ਟੈਕਨੋਲੋਜੀ ਜਿੰਨੀ ਮਰਜ਼ੀ ਲਿਆਓ, ਪਰ ਕੀ ਸਾਡੇ ਇੱਥੇ ਜਿਹੜੇ ਸਾਡੇ ਇੰਜੀਨੀਅਰ ਚੀਜ਼ਾਂ ਤਿਆਰ ਕਰੀ ਬੈਠੇ ਐ ਉਹ ਸਹੀ ਹੋ ਗਏ ਹੁਣ ਤੱਕ? ਆ ਸੜਕਾਂ ਦਾ ਨਿਰਮਾਣ ਤੁਸੀਂ ਕੀਤਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਮੈਂ ਇਹੋ ਜਿਹੀਆਂ ਸੜਕਾਂ ਬਣਾਤੀਆਂ ਨੇ ਜੀ ਤੇ ਬੰਬ ਮਾਰ ਦਿਓ, ਉਹ ਟੁੱਟਦੀਆਂ ਨਹੀਂ। ਤੇ ਮੈਂ ਸੁਖਬੀਰ ਸਿੰਘ ਜੀ ਤੋਂ ਇਹ ਗੱਲ ਪੁੱਛਦਾ, ਇਹਨਾਂ ਸੜਕਾਂ ਤੇ ਜਾਂਦੇ ਹੋ ਤੇ ਇਹ ਵਾਈਬ੍ਰੇਟਰੀ ਜਿਨ੍ਹਾਂ ਦੇ ਉੱਤੇ ਔਰ ਪੁਲਾਂ ਤੋਂ ਲੰਘਦੇ ਹੋ ਟਕ 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 ਕਰਦੇ ਜਾਂਦੇ ਨੇ, ਇਹ ਕਿੱਥੋਂ ਦੀ ਟੈਕਨੋਲੋਜੀ ਲਿਆਂਦੀ ਸੀ? ਮਾਹਰ ਇਹ ਵੀ ਪੁੱਛਦੇ ਨੇ ਕਿ ਸਾਡੀਆਂ ਸੜਕਾਂ ਦੇ ਨਿਰਮਾਣ ਕਰਨ ਵੇਲੇ ਕੀ ਸਾਰੇ ਡਿਜ਼ਾਈਨ ਦਰੁਸਤ ਨੇ? ਸੰਪਰਕ ਸੜਕਾਂ ਨੂੰ ਤੁਸੀਂ ਉੱਥੇ ਨਾਲ ਜੋੜਨਾ ਹੈ। ਤੁਹਾਡੀਆਂ ਗਲਤੀਆਂ ਦਾ ਖਮਿਆਜਾ ਲੋਕ ਭੁਗਤਦੇ ਆ, ਤਾਂ ਹੀ 1.5 ਲੱਖ ਐਕਸੀਡੈਂਟਾਂ 'ਚ ਭਾਰਤੀ ਲੋਕ ਮਰਦੇ ਆ। ਤੁਸੀਂ ਸੰਪਰਕ ਸੜਕਾਂ ਨੂੰ 2-2 ਕਿਲੋਮੀਟਰ ਤੇ ਜਾ ਕੇ ਜੋੜਤਾ। ਜੇ ਉਹਦੇ ਪਾਸਿਆਂ ਦੇ ਉੱਤੇ ਸਲਿੱਪ ਸੜਕਾਂ ਬਣਾਈਆਂ ਹੁੰਦੀਆਂ, ਮੰਨ ਲਓ ਕੋਈ ਪਿੰਡ ਸੱਜੇ ਪਾਸੇ ਹੈ, ਹੋਰ ਨਹੀਂ ਹਲਕੇ ਵਾਹਨ ਸੜਕ ਦੇ ਅੰਦਰ ਦੀ ਉੱਥੇ ਪੁਲ ਬਣਾ ਦਿੱਤਾ ਜਾਂਦਾ, ਉਹਨਾਂ ਨੂੰ ਪੁੱਠੇ ਜਾਣ ਦੀ ਲੋੜ ਹੀ ਨਾ ਪੈਂਦੀ। ਕੀ ਇਹ ਸਾਰਾ ਕੁਝ ਤੁਸੀਂ ਕੀਤਾ ਉਹਦੇ 'ਚ? ਜੀ ਤੁਸੀਂ ਪੁਲ ਬਣਵਾਤੇ, ਮਿੱਟੀ ਨਾਲ ਭਰਤੇ ਸੜਕਾਂ ਵੰਡਤੀਆਂ। ਇਹ ਜਰਮਨ ਤੋਂ ਮਿਲੂਗਾ ਸਾਰਾ ਕੁਝ। ਜਿਹੜੀ ਇੱਕ ਪ੍ਰਥਾ ਚੱਲ ਪਈ, ਡੀਸੀ ਮੀਟਿੰਗ ਕਰਦਾ, ਜਿੰਨੇ ਇੰਜੀਨੀਅਰ ਬੈਠੇ ਜੈ ਸਰ ਜੈ ਸਰ ਜੈ ਸਰ। ਜਦੋਂ ਤੱਕ ਤੁਸੀਂ ਆਪਣੀ ਰਾਏ ਨਹੀਂ ਦਿਓਗੇ। ਪਟਿਆਲੇ ਦੇ ਵਿੱਚ ਬਿਜਲੀ ਨਿਗਮ ਦਾ ਇੱਕ ਐਸਡੀਓ ਰਿਟਾਇਰ ਹੋਇਆ ਇੰਜੀਨੀਅਰ ਗੁਰਚਰਨ ਸਿੰਘ ਬਾਤਿਸ਼, ਉਹਨੇ 3 ਤਾਰ ਤੇ 4 ਤਾਰ ਪ੍ਰਣਾਲੀ ਬਣਾਈ। ਛੱਡ ਦਿਓ, ਸਾਡੇ ਪਿੰਡਾਂ ਦੇ ਵਿੱਚ ਅਕਸਰ ਟਰਾਂਸਫਾਰਮਰ ਸੜ ਜਾਂਦੇ, 5-5 ਦਿਨ ਰੱਖੇ ਨਾ ਜਾਂਦੇ। ਬਹੁਤ ਸਾਰੀਆਂ ਮਤਾਵਾਂ ਪਿਛਲੇ ਅੱਜ ਤੋਂ 30 ਸਾਲ ਪਹਿਲਾਂ ਟਰਾਂਸਫਾਰਮਰ ਨੂੰ ਗ੍ਰਾਮ ਸੇਵਕੀ ਦੱਸੀ ਜਾਂਦੀਆਂ ਸੀ। ਇਸ ਨੇ ਇੱਕ ਡਿਜ਼ਾਈਨ ਕੀਤਾ, ਟਰੌਲੀ ਦੇ ਉੱਤੇ ਟਰਾਂਸਫਾਰਮਰ ਲਾਤਾ। ਜੇ ਟਰਾਂਸਫਾਰਮਰ ਖਰਾਬ ਹੁੰਦਾ, ਉਹ ਟਰੌਲੀ ਵਾਲਾ ਉੱਤੇ ਇੰਸਟਾਲ ਕਰਕੇ ਖੜ ਕੇ ਉਹਦੇ ਨਾਲ ਬਿਜਲੀ ਸਪਲਾਈ ਤੋੜ ਦਿੱਤੀ ਜਾਂਦੀ ਹੈ। ਜਦੋਂ ਨਵਾਂ ਟਰਾਂਸਫਾਰਮਰ ਮਿਲਦਾ ਹੈ ਤੇ ਹਫਤਾ ਪਿੰਡਾਂ ਦੀ ਮੁਹੱਲਿਆਂ ਦੀ ਬਿਜਲੀ ਬੰਦ ਨਹੀਂ ਹੁੰਦੀ, ਉਹ ਨਾਲ ਦੀ ਨਾਲ ਚਾਲੂ ਕਰ ਦਿੱਤੀ ਜਾਂਦੀ ਹੈ। ਇਹ ਜਰਮਨ ਦੀ ਟੈਕਨੋਲੋਜੀ ਹੈ। ਤੁਸੀਂ ਗਏ ਹੋ, ਚੰਗਾ ਕੰਮ, ਜਿਹੜੀਆਂ ਚੰਗੀਆਂ ਚੀਜ਼ਾਂ ਜ਼ਰੂਰ ਲਿਆਓ, ਪਰ ਜਿਹੜਾ ਕੁਝ ਤੁਹਾਡੇ ਕੋਲ ਆਪਣੇ ਕੋਲੇ ਹੈ ਕਦੇ ਉਹਨੂੰ ਵੀ ਵਰਤਣ ਵਾਲੇ ਪਾਸੇ ਤੋਰ ਲਓ। ਬਿਲਕੁਲ ਜੀ। ਉਹ ਜਿਹੜੀ ਜੰਗਾਲ ਲੱਗੀ ਵੀ ਹੈ, ਜੰਗਾਲ ਲੱਗੀ ਮਸ਼ੀਨਰੀ ਨੂੰ ਜੀ ਥੋੜਾ ਜਿਹਾ ਗਰੀਸ ਦੇ ਕੇ ਤੋਰੋ ਤਾਂ ਕੁਝ ਬਣੇਗਾ। ਪਹਿਲਾਂ ਤੁਸੀਂ ਸਵਾਲ ਚੱਕਦੇ ਹੁੰਦੇ ਸੀ, ਹੁਣ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ ਜੀ। ਤੇ ਢਿੱਲੋਂ ਸਾਹਿਬ, ਭਾਜਪਾ ਨੇ ਪੰਜਾਬ ਦਾ ਜਿਹੜਾ ਇੰਚਾਰਜ ਬਦਲ ਦਿੱਤਾ ਹੈ, ਵਿਜੇ ਰੂਪਾਨੀ ਨੂੰ ਲਾਇਆ ਗਿਆ ਹੈ। ਉਹਨਾਂ ਲਈ ਪੰਜਾਬ ਦੇ ਵਿੱਚ 2024 ਤੋਂ ਪਹਿਲਾਂ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਜ਼ਬੂਤ ਕਰ ਪਾਉਣਗੇ ਜਾਂ ਫਿਰ ਨਹੀਂ? ਦੇਖੋ, ਜਿਹੜੇ ਵਿਜੇ ਰੂਪਾਨੀ ਨੇ ਇਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ, ਇਹਨਾਂ ਦੇ ਨਾਲ ਨਰਿੰਦਰ ਸਿੰਘ ਰੈਣਾ ਨੂੰ ਸਹਿ ਇੰਚਾਰਜ ਲਾਤਾ। ਇਸ ਤੋਂ ਇਲਾਵਾ ਪ੍ਰਕਾਸ਼ ਜਾਵੜੇਕਰ ਨੂੰ ਸਾਬਕਾ ਜਿਹੜੇ ਉਹਨਾਂ ਨੂੰ ਕੇਰਲਾ ਦਾ ਲਾਇਆ ਹੈ। ਇਸੇ ਤਰ੍ਹਾਂ ਮਹੇਸ਼ ਸ਼ਰਮਾ ਨੂੰ ਤ੍ਰਿਪੁਰਾ ਅਤੇ ਵਿਨੋਦ ਤਾਵੜੇ ਨੂੰ ਬਿਹਾਰ ਦਾ ਇੰਚਾਰਜ ਲਾਇਆ ਗਿਆ। ਇੱਕ ਰਾਜਸਥਾਨ ਦਾ ਵੀ ਬਦਲਿਆ ਗਿਆ। ਇਹ ਨਵਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ।
ਇਹਦਾ ਮਤਲਬ ਗਜਿੰਦਰ ਸ਼ੇਖਾਵਤ ਵਰਗੇ ਜਿਹੜੇ ਪਹਿਲਾਂ ਲਾਏ ਸੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਦੀ ਘਾਟ ਹੈ। ਤੁਸੀਂ ਨਵਿਆਂ ਨੂੰ ਮੌਕਾ ਦਿੱਤਾ ਹੈ, ਇਹ ਤੁਹਾਡਾ ਹੱਕ ਹੈ, ਦੇਤਾ। ਇਹਦਾ ਰਿਜ਼ਲਟ ਕੀ ਨਿਕਲਣਾ ਹੈ? ਮੇਰਾ ਖਿਆਲ ਜਦੋਂ ਤੋਂ ਨਿਤੀਸ਼ ਕੁਮਾਰ ਨੇ ਪਲਟੀ ਮਾਰ ਕੇ ਉਧਰੋਂ ਰਾਹੁਲ ਗਾਂਧੀ ਨੇ ਕੰਨਿਆ ਕੁਮਾਰੀ ਤੋਂ ਆਪਦੀ ਯਾਤਰਾ ਸ਼ੁਰੂ ਕੀਤੀ ਹੈ, ਮਮਤਾ ਬੈਨਰਜੀ ਨੇ ਵੀ ਕਹਿਤਾ ਕਿ ਅਸੀਂ ਨਾਲ ਸਾਥ ਦੇਵਾਂਗੇ, ਓਮ ਪ੍ਰਕਾਸ਼ ਚੌਟਾਲਾ ਤੇਜਸਵੀ ਯਾਦਵ ਤੋਂ ਨਾਲ ਹੀ ਨੇ, ਮੁਲਾਇਮ ਸਿੰਘ ਯਾਦਵ, ਇਹ तमाम ਪਾਰਟੀਆਂ, ਸੀਤਾਰਾਮ ਯੇਚੁਰੀ, ਕਾਂਗਰਸ, ਇਹ तमाम ਪਾਰਟੀਆਂ ਜਦੋਂ ਇਕਜੁੱਟ ਹੋ ਕੇ ਇੱਕ ਮੰਚ ਤੇ ਆਈਆਂ ਨੇ, ਭਾਰਤੀ ਜਨਤਾ ਪਾਰਟੀ ਨੂੰ ਕੰਬਣੀ ਜੀ ਥੋੜੀ ਜੀ ਛੇੜੀ ਹੈ ਜੀ, ਜਿਹਦੇ ਕਰਕੇ ਉਹ ਵੀ ਹੁਣ ਬਦਲੂ ਜੇ ਕਰਦੇ ਫਿਰਦੇ ਨਜ਼ਰ ਆ ਰਹੇ ਨੇ ਜੀ। ਤੇ ਢਿੱਲੋਂ ਸਾਹਿਬ, ਝੋਨੇ ਦੀ ਫਸਲ ਕੱਟਣ ਦਾ ਸਮਾਂ ਸਟਾਰਟ ਹੋ ਚੁੱਕਿਆ ਹੈ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਫਿਰ ਪੰਜਾਬ ਦੇ ਵਿੱਚ ਭਖਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਮੰਗ ਰੱਖੀ ਗਈ ਸੀ ਕਿ ਪ੍ਰਤੀ ਏਕੜ 1500 ਰੁਪਏ ਕਿਸਾਨਾਂ ਨੂੰ ਦਿੱਤਾ ਜਾਵੇ, ਪਰ ਕੇਂਦਰ ਸਰਕਾਰ ਨੇ ਅੱਜ ਉਹ ਮੰਗ ਠੁਕਰਾ ਦਿੱਤੀ। ਇਹ ਇੱਕ ਸਿਸਟਮ ਬਣਾਇਆ ਸੀ ਪੰਜਾਬ, ਦਿੱਲੀ ਤੇ ਕੇਂਦਰ, ਇਹਨਾਂ ਨੇ ਇੱਕ ਪ੍ਰਸਤਾਵ ਦਿੱਤਾ ਸੀ, ਤਜਵੀਜ਼ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ 1500 ਰੁਪਇਆ ਅਦਾ ਕਰੇ, ਦਿੱਲੀ ਸਰਕਾਰ 500 ਰੁਪਇਆ ਪਾਏਗੀ ਤੇ ਪੰਜਾਬ ਦੀ ਸਰਕਾਰ 500 ਰੁਪਇਆ ਪਾਏਗੀ। ਕਿਸਾਨਾਂ ਨੂੰ 2500 ਰੁਪਇਆ ਪ੍ਰਤੀ ਏਕੜ ਇਹ ਪਰਾਲੀ ਨਾ ਸਾੜਨ ਵਾਸਤੇ ਸਹਾਇਤਾ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਇਸ ਗੱਲ ਨੂੰ ਰੱਦ ਕਰਤਾ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਕੀਤੀ ਹੈ। ਉਹ ਕਹਿੰਦੇ ਅਸੀਂ ਦੁਬਾਰਾ ਪ੍ਰਸਤਾਵ ਲੈ ਕੇ ਉਹਨਾਂ ਕੋਲ ਹੁਣ ਜਾਵਾਂਗੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਖੜੋ। ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਜ਼ਮੀਨੀ ਪੱਧਰ ਤੇ ਜਾ ਕੇ ਕੋਈ ਕੰਮ ਕਰੋ। ਇਸੇ ਤਰ੍ਹਾਂ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ, ਉਹਨਾਂ ਦੇ ਜਿਹੜੇ ਚੇਅਰਮੈਨ ਨੇ ਰਿਟਾਇਰਡ ਜਸਟਿਸ ਆਦਰਸ਼ ਅਗਰਵਾਲ ਨੇ, ਸ਼ਾਇਦ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਪਰਾਲੀ ਸਾੜਨ ਦਾ ਕੋਈ ਹੱਲ ਲੱਭਣਾ ਹੈ, ਇਹ ਜ਼ਮੀਨੀ ਪੱਧਰ ਤੇ ਜਾਓ, ਦੇਖੋ ਕਿ ਕਿਵੇਂ ਇਹਦਾ ਹੱਲ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਇੱਥੇ ਮਸ਼ੀਨਾਂ ਦਿੱਤੀਆਂ, ਦੋਸ਼ ਲੱਗੇ ਕਿ ਉਹਦੇ ਵਿੱਚ ਕੁਝ ਬੇਨਿਯਮੀਆਂ ਹੋਈਆਂ ਨੇ। ਇਸ ਤੋਂ ਇਲਾਵਾ ਉਹਦੇ ਵਿੱਚ ਬਹੁਤ ਵੱਡੇ ਮਾਮਲੇ ਨੇ। ਜਦੋਂ ਇਹ ਸਬਸਿਡੀਆਂ ਦਾ ਮਾਮਲਾ ਆਉਂਦਾ ਵਿੱਚ, ਕੰਬਾਈਨਾਂ ਦੇ ਥੱਲੇ SMS ਪ੍ਰਣਾਲੀ, ਜੇ ਪੰਜਾਬ ਦੇ ਵਿੱਚ ਸੱਚਮੁੱਚ ਤੌਰ ਤੇ ਭਗਵੰਤ ਸਿੰਘ ਮਾਨ ਜੀ, ਕੁਲਦੀਪ ਸਿੰਘ ਧਾਲੀਵਾਲ ਜੀਓ, ਤੁਸੀਂ ਪਰਾਲੀ ਰੋਕਣਾ, ਸਾੜਨਾ ਤੋਂ ਰੋਕਣਾ ਚਾਹੁੰਦੇ ਹੋ ਤੇ ਫਿਰ ਸਖਤ ਕਦਮ ਚੱਕਣੇ ਪੈਣਗੇ। ਇੱਕ ਤਾਂ ਜਿਹੜਾ ਪਰਾਲੀ ਸਾੜੂਗਾ ਜੀ, ਉਹਦਾ ਕੱਟ ਦਿਓ 5 ਸਾਲਾਂ ਵਾਸਤੇ ਕਨੈਕਸ਼ਨ। ਦੂਜਾ, ਜਿਹੜੀਆਂ ਕੰਬਾਈਨਾਂ ਤੇ SMS ਪ੍ਰਣਾਲੀ ਲਾਗੂ ਕਰ ਦਿਓ। ਜਿਹੜੇ ਖੇਤਰ ਦੇ ਵਿੱਚ ਕੰਬਾਈਨ SMS ਪ੍ਰਣਾਲੀ ਤੋਂ ਬਿਨਾਂ ਝੋਨਾ ਕੱਟਦਾ ਮਿਲ ਜੇ, ਉਸੇ ਕਿਸਾਨ ਤੇ ਕੰਬਾਈਨ ਦੋਹਾਂ ਤੇ ਪਰਚਾ ਦਰਜ ਕਰ ਦਿਓ ਔਰ ਭਾਅ ਨਿਰਧਾਰਿਤ ਕਰ ਦਿਓ ਕਿਸਾਨਾਂ ਨੂੰ ਨਾਲ ਬਿਠਾ ਕੇ ਕਿ SMS ਪ੍ਰਣਾਲੀ ਵਾਲੀ ਜਿਹੜਾ ਬਿਨਾਂ ਉਸ ਤੋਂ ਚੱਲੇਗੀ, ਉਹ ਤੇ ਪਰਚਾ ਦਰਜ ਹੋਵੇਗਾ। ਨਾ ਤੁਸੀਂ ਕੇਂਦਰ ਵੱਲ ਝਾਕੋ, ਨਾ ਤੁਸੀਂ ਪੰਜਾਬ ਵੱਲ, ਦਿੱਲੀ ਵੱਲ ਝਾਕੋ। ਤੁਸੀਂ 500 ਰੁਪਇਆ ਦੇਣ ਨੂੰ ਤਿਆਰ ਹੋ, ਭਾਅ ਨਿਰਧਾਰਿਤ ਕਰ ਦਿਓ ਕਿ ਜਿਹੜਾ ਭਾਅ ਪਹਿਲਾਂ ਕਿਸਾਨਾਂ ਤੋਂ ਕਟਾਈ ਦਾ ਲਈ ਜਾਂਦਾ ਉਹ ਲਓ, ਤੇ 500 ਰੁਪਇਆ ਪ੍ਰਤੀ ਏਕੜ ਪੰਜਾਬ ਸਰਕਾਰ ਦੇਊਗੀ ਕੰਬਾਈਨਾਂ ਵਾਲਿਆਂ ਨੂੰ। ਤੇ ਫਿਰ ਕਿਸਾਨ ਕਿਉਂ ਸਾੜੂਗਾ ਪਰਾਲੀ? ਉਹ ਜਦੋਂ ਦੇਣਗੇ
ਤੁਸੀਂ ਆਪਣੇ ਹਿੱਸੇ ਚੋਂ ਲਾਗੂ ਕਰ ਦਿਓ ਕਿ 500 ਰੁਪਇਆ ਪ੍ਰਤੀ ਏਕੜ ਪੰਜਾਬ ਸਰਕਾਰ ਦੇਵੇਗੀ ਕੰਬਾਈਨ ਵਾਲੇ ਨੂੰ, ਤੇ ਜੇ ਫਿਰ ਵੀ ਕੰਬਾਈਨ ਵਾਲਾ ਬਿਨਾਂ ਐਸਐਫਐਸ ਪ੍ਰਣਾਲੀ ਦੇ ਚਲਾਉਂਦਾ ਹੈ, ਕਿਉਂਕਿ ਜ਼ਿਮੀਂਦਾਰ ਨੇ ਜੋ ਦੇਣਾ, ਜੋ ਭਾਅ ਨਿਰਧਾਰਤ ਉਹ ਦੇ ਦੇਣਗੇ, ਤੇ 500 ਰੁਪਇਆ ਫਿਰ ਕੰਬਾਈਨ ਵਾਲੇ ਨੂੰ ਉਧਰੋਂ ਮਿਲ ਜੇ, 150 ਰੁਪਇਆ ਕਿਸਾਨ ਵਾਲੇ ਪਾਸੇ ਘਟਾ ਦਿਓ, ਤੇ ਇਹ ਜਿਹੜੀ ਪਰਾਲੀ ਸਾੜਨ ਦੀ ਸਮੱਸਿਆ ਆਪਣੇ ਆਪ ਹੱਲ ਹੋ ਜੂਗੀ। ਨਾ ਤੁਹਾਨੂੰ ਕੇਂਦਰ ਵੱਲ ਝਾਕਣਾ ਪਊ ਤੇ ਨਾ ਦਿੱਲੀ ਦੀ ਸਰਕਾਰ ਵੱਲ। ਤੁਸੀਂ 500 ਰੁਪਇਆ ਧਾਲੀਵਾਲ ਸਾਹਿਬ ਆਪਣੇ ਵੱਲੋਂ ਜਾਰੀ ਕਰ ਦਿਓ ਕਿ ਕੰਬਾਈਨਾਂ ਜਿਹੜੀਆਂ ਨੇ ਉਹ ਬਿਨਾਂ SMS ਤੋਂ ਨਹੀਂ ਚੱਲਣਗੀਆਂ, ਆਪਣੇ ਆਪ ਮਸਲਾ ਹੱਲ ਹੋ ਗਿਆ ਜੀ। ਤੇ ਗਵਰਨਰ ਸਤਿਆਪਾਲ ਮਲਿਕ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੌਜੀਆਂ ਤੇ ਕਿਸਾਨਾਂ ਨੂੰ ਬਰਬਾਦ ਕਰ ਰਹੇ ਨੇ। ਸਤਿਆਪਾਲ ਮਲਿਕ ਇਹ ਰਾਜਪਾਲ ਸਾਹਿਬ ਨੇ ਮੇਘਾਲਿਆ ਦੇ, ਉਹਨਾਂ ਨੇ ਅੱਜ ਨਹੀਂ ਕਿਸਾਨੀ ਅੰਦੋਲਨ ਵੇਲੇ ਵੀ ਕਿਹਾ ਕਿ ਮੋਦੀ ਸਾਹਿਬ ਕਿਸਾਨਾਂ ਨਾਲ ਪੰਗਾ ਨਾ ਲਓ। ਜਿਹੜਾ ਨਰਿੰਦਰ ਮੋਦੀ ਕਹਿੰਦਾ ਹੁੰਦਾ ਸੀ ਕਿ ਮੈਂ ਜੋ ਕਹਿਤਾ ਵਾਪਸ ਨਹੀਂ ਲੈਂਦਾ, ਉਹ ਵਾਪਸ ਲੈਣਾ ਪੈ ਗਏ ਸੀ ਤਿੰਨੇ ਕਾਲੇ ਕਾਨੂੰਨ। ਇਸੇ ਤਰ੍ਹਾਂ ਜਿਹੜੀ ਅਗਨੀਪਥ ਯੋਜਨਾ ਲਿਆਂਦੀ, ਇਹ ਸਤਿਆਪਾਲ ਮਲਿਕ ਸਾਹਿਬ ਨੇ ਉਹਦੇ ਤੇ ਵੀ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੇ ਰੋਹਤਕ ਦੇ ਵਿੱਚ ਇੱਕ ਜਾਗਰੂਕਤਾ ਸਮਾਗਮ ਵਿੱਚ ਉਹ ਬੋਲ ਰਹੇ ਸਨ। ਉਹ ਕਹਿੰਦੇ ਕਿ ਮਹੀਨੇ ਦੇ ਵਿੱਚ ਮੈਂ 6 ਮੀਟਿੰਗਾਂ ਇਸ ਤਰ੍ਹਾਂ ਕਰਦਾ, ਤੇ ਉਹਨਾਂ ਨੇ ਮੋਦੀ ਸਾਹਿਬ ਤੇ ਬਹੁਤ ਵੱਡਾ ਤੰਜ ਕੱਸਤਾ। ਬੰਦਾ ਹੋਵੇ ਕਹਿੰਦੇ ਸਮੁੰਦਰ 'ਚ ਰਹਿਣਾ ਤੇ ਮਗਰਮੱਛ ਨਾਲ ਬੈਰ। ਮਨਦੀਪ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਜੀ, ਉਹ ਕਹਿੰਦੇ ਕਿ ਜਦੋਂ ਨਾ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਨਰਿੰਦਰ ਮੋਦੀ ਸਾਹਿਬ, ਉਦੋਂ ਇਹਨਾਂ ਦਾ ਬਹੁਤ ਪ੍ਰਭਾਵ ਚੰਗਾ ਸੀ। ਪ੍ਰਧਾਨ ਮੰਤਰੀ ਬਣ ਕੇ ਜਦੋਂ ਤੋਂ ਅਡਾਨੀਆਂ ਦੇ ਡਿੱਕੇ ਚੜ੍ਹ ਕੇ ਜਾਂ ਦੂਜੇ ਅੰਬਾਨੀਆਂ ਦੇ, ਉਸ ਤੋਂ ਬਾਅਦ ਇਹਨਾਂ ਨੇ ਨਜ਼ਰਾਂ ਬਦਲ ਲਈਆਂ। ਦੇਸ਼ ਦੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਤੇ ਉਹ ਅੰਨਦਾਤਾ ਜਿਹੜੇ ਨੇ ਤੁਹਾਨੂੰ ਅਨਾਜ ਦੇ ਵਿੱਚ ਆਤਮ ਨਿਰਭਰ ਨਹੀਂ ਬਣਾਇਆ, ਸਰਪਲਸ ਵਾਧੂ ਅਨਾਜ ਵਾਲਾ ਮੁਲਕ ਬਣਾਤਾ। ਉਹ ਕਿਸਾਨ ਜਿਹੜਾ ਮਿੱਟੀ ਦੇ ਨਾਲ ਮਿੱਟੀ ਹੁੰਦਾ ਹੈ, ਔਰ ਤੁਸੀਂ ਠੂਠਾ ਫੜ ਕੇ ਬਾਹਰੋਂ ਮੰਗਦੇ ਹੁੰਦੇ ਸੀ। ਇੱਕ PP 18 ਲਾਲ ਜੀ ਕਣਕ ਆਉਂਦੀ ਸੀ, ਜਿਹਦੀ ਰੋਟੀ ਤਾਜੀ ਖਾ ਲਓ ਤਾਂ ਖਾ ਲਓ, ਨਹੀਂ ਉਹ ਮੱਕੀ ਦੀ ਰੋਟੀ ਵਾਂਗੂ ਪਲੇਟ ਬਣ ਜਾਂਦੀ ਸੀ ਜੀ। ਅੱਜ ਤੁਸੀਂ ਕਿਸਾਨਾਂ ਨੂੰ ਮਜ਼ਾਕ ਕਰਦੇ ਪਏ ਹੋ। ਇਸ ਕਰਕੇ ਮੈਂ ਬੇਨਤੀ ਕਰਾਂ ਕਿ ਸਤਿਆਪਾਲ ਮਲਿਕ ਸਾਹਿਬ ਸ਼ੁਰੂ ਤੋਂ ਹੀ ਕਿਸਾਨਾਂ ਦੇ ਤੇ ਅਗਨੀਪਥ ਵਾਲੇ ਫੌਜੀਆਂ ਦੇ ਹੱਕ ਦੇ ਵਿੱਚ ਡਟਦੇ ਆ ਰਹੇ ਆ ਕਿ ਜਿਹੜੀ ਪੁਰਾਣੀ ਚੱਲਦੇ ਢਾਂਚੇ ਨੂੰ ਤੈਸ਼ ਨਾਇਸ਼ ਨਾ ਕਰੋ ਜੀ। ਤੇ ਖੰਨੇ ਦੇ ਵਿੱਚ 2 ਸਬ ਇੰਸਪੈਕਟਰਾਂ ਸਮੇਤ 4 ਮੁਲਾਜ਼ਮਾਂ ਨੂੰ ਡੋਪ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ। ਤੁਸੀਂ ਠੀਕ ਕਹਿੰਦੇ ਹੋ ਜੀ, ਇਹ 2 ਸਬ ਇੰਸਪੈਕਟਰ ਨੇ, 2 ਹੋਰ ਮੁਲਾਜ਼ਮ ਨੇ। ਜਿਹੜਾ ਉੱਥੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਜੀ ਇੱਕ DSP ਹੈ ਹਰਪਾਲ ਸਿੰਘ ਗਰੇਵਾਲ, ਉਹਨਾਂ ਦੀ ਡਿਊਟੀ ਲਾਈ ਆ। ਉੱਥੋਂ ਦਾ ਜਿਹੜਾ SSP ਹੈ ਉਹਦਾ ਨਾਂ ਹੈ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ। ਇਹ ਜਿਹੜੇ ਦੱਖਣੀ ਰਾਜਾਂ ਵਾਲੇ ਨੇ, ਇਹ ਆਪਦਾ ਪਿੰਡ ਤੇ ਨਾਲ ਆਪਦੇ ਪਿਤਾ ਦਾ ਨਾਮ ਵੀ ਜੋੜ ਲੈਂਦੇ ਨੇ। ਇਹਨਾਂ ਦਾ ਡੋਪ ਟੈਸਟ ਕੀਤਾ ਗਿਆ 4 ਬੰਦਿਆਂ ਦਾ, ਉਹ ਪੋਜ਼ਿਟਿਵ ਆਇਆ। ਇਸ ਤੋਂ ਕਲੀਅਰ ਹੈ ਕਿ ਇਹ ਨਸ਼ੇ ਦੇ ਆਦੀ ਨੇ, ਨਸ਼ਾ ਖਾਂਦੇ ਨੇ। ਇਹਨਾਂ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਦੀ ਵਿਭਾਗੀ ਜਾਂਚ ਅਗਲੇ ਦਿਨਾਂ ਦੇ ਵਿੱਚ ਹੋਵੇਗੀ। ਉਦੋਂ ਤੱਕ ਪੁਲਿਸ ਇਹਨਾਂ ਤੇ ਕੀ ਕਾਰਵਾਈ ਕਰਦੀ ਹੈ, ਇਹ ਖੰਨਾ ਦਾ ਜ਼ਿਲ੍ਹਾ ਪੁਲਿਸ ਮੁਖੀ ਹੀ ਦੱਸੇਗਾ ਜੀ। ਤੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੇ ਅੱਗੇ ਸਵਾਲ ਖੜੇ ਕੀਤੇ ਨੇ ਕਿ ਸਾਨੂੰ ਦੱਸਿਆ ਜਾਵੇ ਕਿ ਰਾਘਵ ਚੱਡਾ ਦੀ
ਪੰਜਾਬ ਸਰਕਾਰ ਦੇ ਵਿੱਚ ਭੂਮਿਕਾ ਕੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੇਅਰਪਰਸਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ। ਦੇਖੋ, ਰਾਘਵ ਚੱਡਾ ਨੂੰ ਪਹਿਲਾਂ ਚੇਅਰਮੈਨ ਲਾਉਣ ਦੀ ਨਿਯੁਕਤੀ ਦਾ ਕੰਮ ਤੁਰ ਪਿਆ ਸੀ, ਉਹ ਵਿਰੋਧਤਾ ਹੋ ਗਈ। ਫਿਰ ਉਹਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਗਿਆ। ਨਵ ਨਿਯੁਕਤ ਚੇਅਰਮੈਨਾਂ ਦੇ ਨਾਲ ਉਹਨੇ ਮੀਟਿੰਗ ਕੀਤੀ ਹੈ ਤੇ ਬਾਜਵਾ ਸਾਹਿਬ ਨੇ ਸਵਾਲ ਚੱਕਤਾ, ਬਾਕੀ ਅਕਾਲੀ ਦਲ ਨੇ ਵੀ ਚੱਕੇ ਨੇ ਜੀ। ਉਹਨਾਂ ਦੇ ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਚੰਦੂ ਮਾਜਰਾ ਤੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਸਵਾਲ ਚੱਕਿਆ ਵੀ ਇਹ ਕਿਹੜੀ ਕਪੈਸਿਟੀ ਦੇ ਵਿੱਚ ਮੀਟਿੰਗਾਂ ਕਰਦਾ ਫਿਰਦਾ ਹੈ। ਇਹਦਾ ਮਤਲਬ ਸੁਪਰ ਸੀਐਮ ਹੈ। ਭਗਵੰਤ ਸਿੰਘ ਮਾਨ ਤਾਂ ਬਾਹਰ ਨੂੰ ਚੱਲਿਆ ਹੈ। ਇਹ ਸਵਾਲ ਬਾਜਵਾ ਸਾਹਿਬ ਨੇ ਚੱਕੇ ਹੈ ਤੇ ਦੂਜੀਆਂ ਸਾਰੀਆਂ ਪਾਰਟੀਆਂ ਚੱਕਦੀਆਂ ਫਿਰਦੀਆਂ ਨੇ। ਆਪਣੇ ਆਪ ਦੇ ਵਿੱਚ ਇਹ ਅਹਿਮ ਗੱਲਬਾਤ ਨਜ਼ਰ ਆ ਰਹੀ ਹੈ। ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ 'ਚ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਜੇ ਨਾ ਦਿੱਤਾ ਤੇ ਪੰਜਾਬ ਦੇ ਲੋਕ ਫਿਰ ਥੱਲੇ ਵਾਲਾ ਗੇਅਰ ਲਾਉਣਾ ਜਾਣਦੇ ਹੈ। ਤੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਦੂਜੀ ਪਤਨੀ ਦੇ ਉੱਤੇ ਵੀ ਐਫਆਈਆਰ ਦਰਜ ਕਰ ਲਈ ਗਈ। ਪਠਾਨ ਮਾਜਰਾ ਨੇ ਸ਼ਿਕਾਇਤ ਕੀਤੀ ਹੈ ਜੀ ਕਿ ਉਹਨੇ ਕੁਝ ਵੀਡੀਓਜ਼ ਲੀਕ ਕੀਤੀਆਂ ਨੇ। ਉਹਦਾ ਨਾਮ ਗੁਰਪ੍ਰੀਤ ਕੌਰ ਹੈ। ਉਹਦੇ ਤਹਿਤ ਆਈਟੀ ਦੀ ਧਾਰਾ ਜਿਹੜੀ ਹੈ 66E ਤੇ 67A, ਉਹਦੇ ਤਹਿਤ ਕਹਿੰਦੇ ਪਰਚਾ ਦਰਜ ਹੋ ਗਿਆ। ਲੇਕਿਨ ਉਹ ਪਰਚਾ ਦਰਜ ਰੱਦ ਕਰਾਉਣ ਵਾਸਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਪਹੁੰਚ ਕਰਨ ਜਾ ਪਹੁੰਚੇ ਨੇ ਜੀ ਜਾਂ ਪਹੁੰਚ ਗਏ ਨੇ ਜੀ। ਸੋ ਅੱਗੇ ਅਦਾਲਤ ਕੀ ਫੈਸਲਾ ਕਰਦੀ ਹੈ, ਉਹ ਰੱਦ ਕਰਦੀ ਹੈ ਕੇਸ, ਸੁਣਵਾਈ ਕਰਦੀ ਹੈ। ਇਹ ਮਾਮਲਾ ਜੀ ਅਗਲੇ ਦਿਨਾਂ ਦੇ ਵਿੱਚ ਦੇਖਿਆ ਜਾਵੇਗਾ। ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਵਡਮੁੱਲੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਤੇ ਕੱਲ ਫਿਰ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੁਹਾਡੇ ਸਾਹਮਣੇ ਹੋਵਾਂਗੇ। ਧੰਨਵਾਦ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।